ਕਹਿੰਦੇ ਆ ਕਿ ਅਸੀਂ ਤੁਹਾਨੂੰ ਚੁਣ ਤਾਂ ਲੈਂਦੇ ਆ परंतु विकास तुसीं अपना करवा के चले जाते हो। अगर साडे लोगों को हजे तक बेसिक जो उन्होंने नीड्स हैं वही नहीं पूरियां हुई तो काहदा विकास होए। ब्रह्मिंदरा लोकल बॉडी मंत्री रहे है, कहते हैं पावरफुल मंत्री सी ते पावरफुल मंत्री कोलों विकास नहीं हो सकिया जो होना चाहिए। तुसीं लोकां जा रहे हो, किस तरह के व्यू लोकां दे आ रहे हैं कि हुण आखिर डेवलपमेंट क्यों नहीं करवा सकते? पावरफुल मंत्री सीगे ते फिर आपदे इलाके लिए कुछ करके दिखाते। तो आज़ाद उम्मीदवार तो किस तरह की असीं आस रखीए कि जे उसनूं जिता के भेजदे हैं तो उस तो किस तरह की आस रखीए कि किस तरह की डेवलपमेंट हो सकती है? अज पटियाला शहर नालों वध कारखाने साडे नाभे लगे हुए ने। उत्थे एक सिविल हस्पताल जिहड़ा हैगा उसकी सारी जमीन असीं दान कीती है। इत्थे पटियाले विच जिथे सिक्ख्या की गल करिए खालसा कॉलेज की सारी जमीन साडे परिवार की दान की हुई है। कुड़ियां दा BEd कॉलेज है वो सारी जमीन साडे परिवार के कन्नों दान की गई है। डॉक्टर बलबीर नाल साडी गल हुंदी है। डॉक्टर बलबीर कहते हैं कि निक्कू वालों जिहड़े दोष लाए जा रहे हैं मेरे ते वो सिर्फ ते सिर्फ पोलीटिकल वेंडेटा है। क्या परचे दे जिहड़ा 420 के ऑर्डर होए ने वो मेरे तरफों होए ने? मास्टर टीवी देख रहे सारे ਸਰੋਤਿਆਂ ਨੂੰ कंवर सिंह बेदी ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਚੋਣਾਂ ਦੇ ਇਸ ਮਾਹੌਲ ਦੇ ਵਿੱਚ ਜਦੋਂ ਉਮੀਦਵਾਰ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਇਹ ਚਰਚਾ ਬਣਦੀ ਹੈ ਕਿ ਆਖਰ ਵਿਕਾਸ ਕੌਣ ਕਰਾਏਗਾ ਤੇ ਵਿਕਾਸ ਜੇ ਸਰਕਾਰਾਂ ਕਰਵਾਉਂਦੀਆਂ ਤੇ ਹੁਣ ਕਿਹੜੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ? ਕਿਉਂਕਿ ਸੜਕਾਂ ਨਾਲੀਆਂ ਤੱਕ ਤਾਂ ਵਿਕਾਸ ਸੀਮਤ ਰਹਿ ਜਾਂਦਾ, ਪਰੰਤੂ ਲੋਕ ਕਿਹੜਾ ਵਿਕਾਸ ਚਾਹੁੰਦੇ ਆ? ਕਿ ਹੁਣ ਲੀਡਰਾਂ ਦਾ ਵਿਕਾਸ ਹੋ ਰਿਹਾ ਕਿ ਲੀਡਰ ਇਸ ਕਰਕੇ ਲੜਦੇ ਆ ਕਿ ਉਹ ਚੁਣ ਕੇ ਆਉਣ ਤੇ ਆਪਣਾ ਵਿਕਾਸ ਕਰ ਲੈਣ? ਸਭ ਤੋਂ ਵੱਡੀ ਗੱਲ ਇਹ ਆ ਕਿ ਵਿਕਾਸ ਲੋਕ ਕਿਹੜਾ ਮੰਗਦੇ ਆ? ਆਜ਼ਾਦ ਉਮੀਦਵਾਰਾਂ ਵੱਲੋਂ ਇਸ ਵਾਰੀ ਸਿਆਸੀ ਪਿੜ ਮੱਲਿਆ ਗਿਆ ਤੇ ਉਹਨਾਂ ਵੱਲੋਂ ਇੱਕ ਲੋਕਾਂ ਵਿੱਚ ਜਾ ਕੇ ਮੁਹਿੰਮ ਬਣਾਈ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਵਾਰ-ਵਾਰ ਚੁਣਦੇ ਹੋ ਸਿਰਫ ਤੇ ਸਿਰਫ ਆਪਣਾ ਵਿਕਾਸ ਕਰਾਉਂਦੇ ਆ। ਆਜ਼ਾਦ ਉਮੀਦਵਾਰ ਪਟਿਆਲਾ ਦਿਹਾਤੀ ਦੇ ਵਿੱਚ ਜਸਦੀਪ ਸਿੰਘ ਨਿੱਕੂ ਨੇ, ਜਿਨ੍ਹਾਂ ਵੱਲੋਂ ਥਾਂ-ਥਾਂ 'ਤੇ ਜਾ ਕੇ ਦੇਖਿਆ ਗਿਆ ਕਿ ਆਖਰ ਕਿਹੜਾ ਵਿਕਾਸ ਜਿਹੜੀਆਂ ਹੁਣ ਤੱਕ ਦੀਆਂ ਸਰਕਾਰਾਂ ਕਰਵਾ ਚੁੱਕੀਆਂ। ਉਹਨਾਂ ਨੇ ਆਵਾਜ਼ ਚੁੱਕੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਕਰ ਲੈਂਦੇ ਹਾਂ ਜਸਦੀਪ ਸਿੰਘ ਨਿੱਕੂ ਜੀ, ਮੌਸਾ ਟੀਵੀ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਬੇਦੀ ਸਾਹਿਬ। ਨਿੱਕੂ ਸਾਹਿਬ, ਤੁਸੀਂ ਜਾ ਰਹੇ ਹੋ, ਡੋਰ ਟੂ ਡੋਰ ਜਾ ਰਹੇ ਹੋ, ਲੋਕਾਂ ਜਾ ਰਹੇ ਹੋ। ਲੋਕ ਚਾਹੁੰਦੇ ਨੇ ਕਿ ਸਾਨੂੰ ਸੜਕਾਂ ਨਾਲੀਆਂ ਨਹੀਂ ਚਾਹੀਦੀਆਂ, ਸਾਨੂੰ ਸਾਡਾ ਵਿਕਾਸ ਚਾਹੀਦਾ। ਤੇ ਆਖਰ ਜਿਹੜੇ ਉਮੀਦਵਾਰ ਹੁੰਦੇ ਨੇ ਜਾਂ ਪਾਰਟੀਆਂ ਵੱਲੋਂ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਸਾਡੀਆਂ ਸਰਕਾਰਾਂ ਨੇ ਵਿਕਾਸ ਕਰਾਇਆ ਤੇ ਹੁਣ ਦੁਬਾਰਾ ਸਾਨੂੰ ਚੁਣੋ। ਤੇ ਲੋਕ ਕਹਿੰਦੇ ਆ ਕਿ ਅਸੀਂ ਤੁਹਾਨੂੰ ਚੁਣ ਤਾਂ ਲੈਂਦੇ ਆ ਪਰੰਤੂ ਵਿਕਾਸ ਤੁਸੀਂ ਆਪਣਾ ਕਰਵਾ ਕੇ ਚਲੇ ਜਾਂਦੇ ਹੋ। ਦੇਖੋ, ਜਿਸ ਤਰ੍ਹਾਂ ਬੇਦੀ ਸਾਹਿਬ ਤੁਸੀਂ ਪਹਿਲਾਂ ਦੱਸਿਆ ਹੈਗਾ ਕਿ ਬੜੇ ਲੰਬੇ ਸਮੇਂ ਤੋਂ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਲੋਕਾਂ ਨੂੰ ਆਹੀ ਗਲੀਆਂ ਨਾਲੀਆਂ ਵਿੱਚ ਉਲਝਾ ਕੇ ਰੱਖਿਆ। ਅੱਜ ਲੋਕਾਂ ਨੂੰ ਜੋ ਲੋੜ ਹੈ, ਅੱਜ ਜਿਹੜੇ ਨੌਜਵਾਨ ਪੀੜ੍ਹੀ ਹੈ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਦੀ ਲੋੜ ਹੈ। ਲੋਕਾਂ ਨੂੰ ਰੁਜ਼ਗਾਰ ਚਾਹੀਦਾ ਹੈ। ਲੋਕਾਂ ਨੂੰ ਬੇਸਿਕ ਅਮਿਊਨਿਟੀਜ਼ ਜਿਹੜੀ ਹੈਗੀਆਂ, ਚਾਹੇ ਆਪਾਂ ਸਿਹਤ ਪੱਖੋਂ ਕਹਿ ਲਓ ਤੇ ਚਾਹੇ ਆਪਣੀ ਸਿੱਖਿਆ ਕਰਨੀ ਕਹਿ ਲਓ। ਅਗਰ ਸਾਡੇ ਲੋਕਾਂ ਨੂੰ ਹਜੇ ਤੱਕ ਬੇਸਿਕ ਜੋ ਉਹਨਾਂ ਦੀ ਨੀਡਸ हैं ਉਹੀ ਨਹੀਂ ਪੂਰੀਆਂ ਹੋਈਆਂ ਤੇ ਕਾਹਦਾ ਵਿਕਾਸ ਹੋਇਆ? ਸਾਡਾ ਜਿਹੜਾ ਹਲਕਾ ਹੈਗਾ ਇੱਥੇ ਦੇ ਸਿਹਤ ਮੰਤਰੀ ਰਹਿ ਚੁੱਕੇ ਨੇ ਬ੍ਰਹਮਿੰਦਰਾ ਜੀ। ਸਾਡੇ ਹਲਕੇ ਵਿੱਚ ਇੱਕ ਸਿਵਲ ਡਿਸਪੈਂਸਰੀ ਤ੍ਰਿਪੜੀ ਵਿੱਚ ਹੈ ਜਿਹਦੇ ਵਿੱਚ ਇੱਕ ਐਮਰਜੈਂਸੀ ਸਰਵਿਸ ਤੱਕ ਨਹੀਂ ਹੈ। ਲੋਕਾਂ ਨੂੰ ਰਜਿੰਦਰਾ ਹਸਪੀਟਲ ਤੱਕ ਜਾਣਾ ਪੈਂਦਾ ਹੈ। ਕਈਆਂ ਦੇ ਵਿਚਾਰਿਆਂ ਦੇ ਪਰਿਵਾਰ ਦੇ ਮੈਂਬਰ ਰਸਤੇ ਵਿੱਚ ਵੀ ਸਵਰਗਵਾਸ ਹੋ ਗਏ। ਸੋ ਅਗਰ ਇੱਥੇ ਸਿਵਲ ਡਿਸਪੈਂਸਰੀਆਂ ਹੁੰਦੀਆਂ ਸ਼ਾਇਦ ਉਹ ਬਚ ਵੀ ਜਾਂਦੇ। ਨਿੱਕੂ ਜੀ, ਤੁਸੀਂ ਦਿਹਾਤੀ ਜਾ ਰਹੇ ਹੋ ਲੋਕਾਂ ਦੇ ਵਿੱਚ। ਬ੍ਰਹਮਿੰਦਰਾ ਲੋਕਲ ਬॉडी ਮੰਤਰੀ ਰਹੇ ਆ, ਕਹਿੰਦੇ ਆ ਪਾਵਰਫੁਲ ਮੰਤਰੀ ਸੀ ਤੇ ਪਾਵਰਫੁਲ ਮੰਤਰੀ ਕੋਲੋਂ ਉਹ ਵਿਕਾਸ ਨਹੀਂ ਹੋ ਸਕਿਆ ਜੋ ਹੋਣਾ ਚਾਹੀਦਾ। ਤੁਸੀਂ ਲੋਕਾਂ ਜਾ ਰਹੇ ਹੋ, ਕਿਸ ਤਰ੍ਹਾਂ ਦੇ ਵਿਊ ਲੋਕਾਂ ਦੇ ਆ ਰਹੇ ਆ ਕਿ ਹੁਣ ਆਖਰ ਡਿਵੈਲਪਮੈਂਟ ਕਿਉਂ ਨਹੀਂ ਕਰਵਾ ਸਕੇ? ਦੇਖੋ, ਪਾਵਰਫੁਲ ਮੰਤਰੀ ਸੀਗੇ ਤੇ ਫਿਰ ਆਪਦੇ ਇਲਾਕੇ ਲਈ ਕੁਝ ਕਰਕੇ ਦਿਖਾਉਂਦੇ। ਵਿਕਾਸ ਦੀ ਵੱਡੇ ਵੱਡੇ ਬੋਰਡ ਲਾ ਕੇ ਨਹੀਂ ਵਿਕਾਸ ਹੁੰਦਾ। ਵਿਕਾਸ ਤਾਂ ਲੋਕਾਂ ਨੂੰ ਜਾ ਕੇ ਪੁੱਛਣ। ਉਹਨਾਂ ਦਾ ਬੇਟਾ ਹੁਣ ਜਿਹਨੂੰ ਉਹਨਾਂ ਨੇ ਹੁਣ ਆਪ ਰਿਟਾਇਰਮੈਂਟ ਲੈ ਲਈ, ਬੇਟੇ ਨੂੰ ਮੂਹਰੇ ਕਰ ਲਿਆ, ਹੁਣ ਬੇਟੇ ਨੂੰ ਭੇਜਣ, ਬੇਟੇ ਨੂੰ ਕਹੋ ਕਲੋਨੀਆਂ ਵਿੱਚ ਜਾ ਕੇ ਪੁੱਛਣ ਕੀ ਹਾਲ ਹੈ ਲੋਕਾਂ ਦਾ। ਪਰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਸਾਡਾ ਜਿਹੜਾ ਬੇਟਾ ਹੈ ਮੋਹਿਤ ਮਹਿੰਦਰਾ, ਉਹਨੂੰ ਇੱਕ ਇਸ ਵਾਰੀ ਟਿਕਟ ਦਵਾਈ ਉਹਨਾਂ ਨੇ, ਉਹ ਕਹਿੰਦੇ ਵਿਕਾਸ ਦਾ ਮਸੀਹਾ ਹੈ। ਇਹ ਤਾਂ ਲੋਕ ਦੱਸਣਗੇ ਜੋ ਲੋਕਾਂ ਦਾ ਹਾਲ ਹੈ। ਅਸੀਂ ਘਰ ਘਰ ਜਾਂਦੇ ਹਾਂ, ਚਾਹੇ ਤੁਸੀਂ ਰਣਜੀਤ ਨਗਰ ਦੀ ਗੱਲ ਕਰ ਲਓ, ਚਾਹੇ ਵਿਕਾਸ ਨਗਰ ਦੀ ਗੱਲ ਕਰ ਲਓ, ਬਿਸ਼ਨ ਨਗਰ ਦੀ ਗੱਲ ਕਰ ਲਓ, ਅਮਨ ਵਿਹਾਰ ਦੀ ਗੱਲ ਕਰ ਲਓ, ਕਿਤੇ ਕੋਈ ਵੀ ਕਲੋਨੀ ਦੀ ਗੱਲ ਕਰ ਲਓ, ਇੱਥੇ ਕੋਈ ਵਿਕਾਸ ਨਹੀਂ ਹੋਇਆ। ਅਰਬਨ estate ਤੁਹਾਡਾ ਹੈਗਾ ਉਹ ਸਾਰਾ ਹੀ ਇਲਾਕਾ ਜੋ ਹੈ ਨਾ ਉੱਥੇ ਕੋਈ ਪੰਚਾਇਤ ਹੈ, ਨਾ ਉੱਥੇ ਕੋਈ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਉਂਦਾ ਹੈ। ਉੱਥੇ ਲੋਕਾਂ ਨੇ ਨਾ ਉੱਥੇ ਕੋਈ ਹਸਪਤਾਲ, ਕੋਈ ਡਿਸਪੈਂਸਰੀ ਹੈ, ਕੋਈ ਸਕੂਲ ਨਹੀਂ ਹੈ।
ਇਸ ਨੂੰ ਆਪਾਂ ਵਿਕਾਸ ਕਹਿੰਦੇ ਆ? ਜਿੱਥੇ ਲੋਕਾਂ ਨੂੰ ਉਹਨਾਂ ਦੀ ਬੇਸਿਕ ਨੀਡਸ ਨਹੀਂ ਮਿਲ ਰਹੀਆਂ ਉਹਨੂੰ ਆਪਾਂ ਵਿਕਾਸ ਕਹਿੰਦੇ ਆ? ਮੈਂ ਕਿਹਾ ਮੈਨੂੰ ਤਾਂ ਦੁੱਖ ਦੀ ਗੱਲ ਹੈ, ਕਹਿਣਾ ਚਾਹੀਦਾ ਹੈ ਕਿ ਮੰਤਰੀ ਜੀ ਇੰਨੇ ਤਜਰਬੇਕਾਰ ਸੀਗੇ, ਆਪਦੇ ਆਪ ਨੂੰ ਬੜੇ ਪਾਵਰਫੁਲ ਮੰਤਰੀ ਗਿਣਦੇ ਸੀਗੇ, ਪਾਵਰਫੁਲ ਮੰਤਰੀ ਸੀਗੇ ਤੇ ਫਿਰ ਲੋਕਾਂ ਦਾ ਭਲਾ ਕਰਦੇ ਨਾ। ਅਕਾਲੀ ਦਲ ਕਹਿੰਦਾ ਕਿ 10 ਸਾਲ ਸਾਡੀ ਸਰਕਾਰ ਰਹੀ ਹੈ, ਜੋ ਡਿਵੈਲਪਮੈਂਟ ਬਾਲ ਸਾਹਿਬ ਦੇ ਸਮੇਂ ਹੋਈ ਹੈ ਅਜਿਹੀ ਡਿਵੈਲਪਮੈਂਟ ਉਸ ਤੋਂ ਬਾਅਦ ਨਹੀਂ ਹੋਈ, ਤੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ, 4.5 ਸਾਲ ਉਹਨਾਂ ਨੇ ਭੋਗੇ ਆ। ਉਸ ਤੋਂ ਬਾਅਦ ਕਾਫੀ ਮੰਤਰੀ ਜਿਹੜੇ ਆ ਬਾਅਦ ਚੇਂਜ ਕੀਤੇ ਗਏ, ਪਰੰਤੂ ਇੱਕ ਡਿਵੈਲਪਮੈਂਟ ਦੀ ਜਿਹੜੀ ਗੱਲ ਕਰ ਲਈ ਜਾਵੇ ਤਾਂ ਡਿਵੈਲਪਮੈਂਟ ਲੋਕ ਕਹਿੰਦੇ ਆ ਕਿ ਇੱਕ ਸਰਕਾਰਾਂ ਤੋਂ ਹੋਪ ਹੁੰਦੀ ਹੈ ਕਿ ਡਿਵੈਲਪਮੈਂਟ ਦੀ ਜਿਹੜੀ ਆਸ ਜਿਹੜੀ ਹੁੰਦੀ ਹੈ ਲੋਕਾਂ ਨੂੰ ਸਰਕਾਰ ਤੋਂ ਹੀ ਹੁੰਦੀ ਹੈ, ਪ੍ਰਸ਼ਾਸਨ ਤੋਂ ਹੁੰਦੀ ਹੈ, ਤੇ ਜਿਹੜੇ ਹੁਕੂਮਤ ਕਰ ਰਹੇ ਹੁੰਦੇ ਲੋਕ ਉਹਨਾਂ ਤੋਂ ਹੁੰਦੀ ਹੈ। ਪਰੰਤੂ ਆਜ਼ਾਦ ਉਮੀਦਵਾਰ ਤੋਂ ਕਿਸ ਤਰ੍ਹਾਂ ਦੀ ਅਸੀਂ ਆਸ ਰੱਖੀਏ ਕਿ ਜੇ ਉਸ ਨੂੰ ਜਿਤਾ ਕੇ ਭੇਜਦੇ ਹਾਂ ਤਾਂ ਉਸ ਤੋਂ ਕਿਸ ਤਰ੍ਹਾਂ ਦੀ ਆਸ ਰੱਖੀਏ ਕਿ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਸਕਦੀ ਹੈ? ਬੇਦੀ ਸਾਹਿਬ, ਸਾਡਾ ਪਰਿਵਾਰ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਜਿੱਥੇ ਰਹੀ ਗੱਲ ਤੁਸੀਂ ਆਜ਼ਾਦ ਉਮੀਦਵਾਰ ਦੀ ਗੱਲ, ਅਸੀਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਅੱਜ ਚੋਣ ਮੈਦਾਨ ਵਿੱਚ ਉਤਰੇ ਹਾਂ, ਪਰ ਸਾਡੇ ਪਰਿਵਾਰ ਨੇ, ਸਾਡੇ ਕੋਲੇ ਕੋਈ ਦਿੱਲੀ ਮਾਡਲ ਨਹੀਂ, ਕੋਈ ਪੰਜਾਬ ਮਾਡਲ ਨਹੀਂ, ਸਾਡੇ ਕੋਲੇ ਨਾਭਾ ਮਾਡਲ ਹੈ। ਅਸੀਂ ਉੱਥੇ ਕੰਮ ਕਰਕੇ ਦਿਖਾਏ ਨੇ। ਅੱਜ ਪਟਿਆਲਾ ਸ਼ਹਿਰ ਨਾਲੋਂ ਵੱਧ ਕਾਰਖਾਨੇ ਸਾਡੇ ਨਾਭੇ ਲੱਗੇ ਹੋਏ ਨੇ। ਉੱਥੇ ਇੱਕ ਸਿਵਲ ਹਸਪਤਾਲ ਜਿਹੜਾ ਹੈਗਾ ਉਸ ਦੀ ਸਾਰੀ ਜ਼ਮੀਨ ਅਸੀਂ ਦਾਨ ਕੀਤੀ ਹੈ। ਇੱਥੇ ਪਟਿਆਲੇ ਵਿੱਚ ਜਿੱਥੇ ਸਿੱਖਿਆ ਦੀ ਗੱਲ ਕਰੀਏ, ਖਾਲਸਾ ਕਾਲਜ ਦੀ ਸਾਰੀ ਜ਼ਮੀਨ ਸਾਡੇ ਪਰਿਵਾਰ ਦੀ ਦਾਨ ਕੀਤੀ ਹੋਈ ਹੈ। ਕੁੜੀਆਂ ਦਾ ਬੀਐਡ ਕਾਲਜ ਹੈ, ਉਹ ਸਾਰੀ ਜ਼ਮੀਨ ਸਾਡੇ ਪਰਿਵਾਰ ਦੇ ਕੰਨਿਓ ਦਾਨ ਕੀਤੀ ਗਈ ਹੈ। ਸੋ ਅਸੀਂ ਲੋਕਾਂ ਲਈ ਕਰਕੇ ਦਿਖਾਇਆ ਕੁਛ, ਜਿੱਦਣ ਇਹ ਕਰ ਲੈਣ ਉਦਣ ਮੇਰੇ ਨਾਲ ਆ ਕੇ ਬਹਿਸ ਕਰ ਲੈਣ। ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਚੁਣਨ ਤੇ ਵੋਟਰਾਂ ਕੋਲ ਕਿਸ ਤਰ੍ਹਾਂ ਦੀ ਅਪੀਲ ਕੀਤੀ ਜਾ ਰਹੀ ਹੈ? ਕਿਉਂਕਿ ਤੁਸੀਂ ਜਾ ਰਹੇ ਹੋ ਵੱਖ-ਵੱਖ ਥਾਵਾਂ ਦੇ ਉੱਤੇ, ਦੇਖਿਆ ਕਿ ਪੈਦਲ ਤੁਰਨ ਜੋਗੀ ਵੀ ਲੋਕਾਂ ਕੋਲ ਜਗ੍ਹਾ ਨਹੀਂ ਹੈ ਦਿਹਾਤੀ ਦੇ ਵਿੱਚ, ਤੇ ਲੋਕਾਂ ਦੇ ਵਿੱਚ ਇੱਕ ਏਡੀ ਵੱਡੀ ਨਿਰਾਸ਼ਾ ਕਿ ਉਹਨਾਂ ਕੋਲ ਕਹਿੰਦੇ ਆ ਕਿ ਰੁਜ਼ਗਾਰ ਲਈ ਅਸੀਂ ਜਦੋਂ ਘਰੋਂ ਨਿਕਲਦੇ ਹਾਂ ਤਾਂ ਵੀ ਸਾਡੇ ਕੱਪੜੇ ਲਿਬੜੇ ਹੁੰਦੇ ਆ, ਤੇ ਜਦੋਂ ਅਸੀਂ ਘਰ ਵਰਤਦੇ ਹਾਂ ਤਾਂ ਵੀ ਸਾਡੇ ਕੱਪੜੇ ਲਿਬੜੇ ਹੁੰਦੇ ਆ। ਸਾਨੂੰ ਮਤਲਬ ਕਹਿਣ ਦਾ ਭਾਵ ਕਿ ਅਸੀਂ ਕੰਮ ਕਿਹੜੇ ਟਾਈਮ ਕਰੀਏ ਜਾਂ ਸਫਾਈ ਆਪਾਂ ਕਿਹੜੇ ਟਾਈਮ ਕਰੀਏ? ਬੇਦੀ ਸਾਹਿਬ, ਇਹ ਤਾਂ ਤੁਸੀਂ ਆਪ ਵੀ ਮੰਨ ਗਏ ਨਾ, ਲੋਕਾਂ ਦੇ ਕੱਪੜੇ ਲਿਬੜੇ ਨੇ, ਉੱਥੋਂ ਪਤਾ ਲੱਗਦਾ ਕਿੰਨਾ ਕੁ ਵਿਕਾਸ ਹੋਇਆ। ਅਸੀਂ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੇ ਹਾਂ ਕਿ ਜਿਵੇਂ ਵੱਖ-ਵੱਖ, ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ, ਦਿੱਲੀ ਮਾਡਲ ਕਹਿ ਲਓ ਜਾਂ ਇਹ ਪੰਜਾਬ ਮਾਡਲ ਕਹਿ ਲਓ, ਇਹ ਲੋਕ ਵਾਅਦੇ ਕਰ ਰਹੇ ਨੇ ਪਰ ਇਹਨਾਂ ਨੇ ਕੁਝ ਕਰਕੇ ਨਹੀਂ ਦਿਖਾਇਆ। ਸਾਡੇ ਪਰਿਵਾਰ ਨੇ ਕੁਝ ਕਰਕੇ ਦਿਖਾਇਆ, ਉਹੀ ਮਾਡਲ ਅਸੀਂ ਇੱਥੇ ਰੈਪਲੀਕੇਟ ਕਰਕੇ ਦਿਖਾਵਾਂਗੇ, ਜਿੱਥੇ ਲੋਕਾਂ ਨੂੰ ਅਸੀਂ ਰੁਜ਼ਗਾਰ ਵੀ ਦੇਵਾਂਗੇ, ਤੇ ਜੋ ਇੱਥੇ ਸਿਹਤ ਦੇ ਵਾਸਤੇ ਜੋ ਇੱਕ ਡਿਸਪੈਂਸਰੀਆਂ ਖੋਲ੍ਹਣ ਦੀ ਲੋੜ ਹੈ, ਸ਼ਾਇਦ ਕੁਝ ਕਾਨੂੰਨੀ, ਮੈਨੂੰ ਪਤਾ ਲੱਗਿਆ ਕਿ ਕੁਝ ਕਾਨੂੰਨੀ ਹਿੱਚ ਕਰਕੇ ਜਿਹੜਾ ਰਜਿੰਦਰਾ ਹਸਪੀਟਲ ਇੱਕ ਵੱਡਾ ਹਸਪੀਟਲ ਹੈ, ਉਹਦੇ ਨੇੜੇ ਇੱਕ ਹੋਰ ਵੱਡਾ ਹਸਪੀਟਲ ਨਹੀਂ ਖੁੱਲ੍ਹ ਸਕਦਾ, ਪਰ ਡਿਸਪੈਂਸਰੀਆਂ ਖੁੱਲ੍ਹ ਸਕਦੀਆਂ। ਤੇ ਸੋ ਅਸੀਂ ਆਪਣੇ ਹਲਕੇ ਵਿੱਚ ਮੌਕਾ ਮਿਲਿਆ ਤੇ 5-6 ਡਿਸਪੈਂਸਰੀਆਂ ਖੋਲ੍ਹਾਂਗੇ, ਜਿੱਥੇ ਐਮਰਜੈਂਸੀ ਸਰਵਿਸ ਹੋਵੇ, ਜਿੱਥੇ ਲੋਕ ਅਗਰ ਕੋਈ ਉਹਨਾਂ ਦਾ ਪਰਿਵਾਰ ਦਾ ਮੈਂਬਰ ਕਿਸੇ ਨੂੰ ਲੋੜ ਪਵੇ ਤੇ ਉਹ ਜਾ ਕੇ ਉਸ ਨੂੰ ਇਮੀਡੀਏਟਲੀ ਜਾ ਕੇ ਉਹ ਡਿਸਪੈਂਸਰੀ ਲਿਜਾ ਕੇ ਉਹਦਾ ਇਲਾਜ ਕਰਾ ਸਕਣ। ਇੱਕ ਆਖਰੀ ਸਵਾਲ ਹੈ, ਡਾਕਟਰ ਬਲਬੀਰ ਨਾਲ ਸਾਡੀ ਗੱਲ ਹੁੰਦੀ ਹੈ। ਡਾਕਟਰ ਬਲਬੀਰ ਕਹਿੰਦੇ ਆ ਕਿ ਨਿੱਕੂ ਵੱਲੋਂ ਜਿਹੜੇ ਦੋਸ਼ ਲਾਏ ਜਾ ਰਹੇ ਮੇਰੇ ਤੇ ਉਹ ਸਿਰਫ ਤੇ ਸਿਰਫ ਪੋਲੀਟੀਕਲ ਮੈਂਡੇਟ ਹੈ, ਅਜਿਹੀ ਕੋਈ ਗੱਲ ਨਹੀਂ ਹੈ, ਤੇ ਜੋ ਜਿਹੜੇ ਦੋਸ਼ ਲਾਏ ਜਾ ਰਹੇ ਆ ਉਹ ਬੇਬੁਨਿਆਦ ਆ। ਨਿੱਕੂ ਨੇ ਦੋਸ਼ ਕਿਹੜੇ ਲਾਏ ਨੇ? ਤੁਸੀਂ ਗੱਲ ਕਿਹੜੀ ਕਰ ਰਹੇ ਹੋ? ਜਿਹੜੇ 420 ਦੇ? ਕਿਆ ਪਰਚਾ ਮੈਂ ਕੱਟਿਆ? ਕਿਆ ਪਰਚੇ ਦੇ ਜਿਹੜਾ 420 ਦੇ ਆਰਡਰ ਹੋਏ ਨੇ ਉਹ ਮੇਰੇ ਤਰਫੋਂ ਹੋਏ ਨੇ? ਉਹ ਜੱਜ ਸਾਹਿਬ ਤੋਂ ਹੋਏ ਨੇ। ਮੈਂ ਤੁਹਾਨੂੰ ਅਗਰ ਆਪਣੇ ਡਾਕਟਰ ਬਲਬੀਰ ਕਹਿੰਦੇ ਕਿ ਮੈਂ ਬੇਬੁਨਿਆਦ ਦੋਸ਼ ਲਾਏ ਨੇ, ਉਹਨਾਂ ਨੂੰ ਕੋਈ ਐਫੀਡੇਵਿਟ ਵਿੱਚ ਲਿਖ ਦੇਣ ਕਿ ਮੇਰੇ ਖਿਲਾਫ ਕੋਈ ਪਰਚਾ ਨਹੀਂ, ਲੋਕਾਂ ਨੂੰ ਆਪਣੇ ਆਪ ਸੱਚਾਈ ਪਤਾ ਲੱਗ ਜੂਗੀ। ਉਹ ਕਹਿੰਦੇ ਕਿ ਪਾਰਟੀ ਨੇ ਸਰਵੇ ਕਰਵਾਇਆ ਸੀ, ਪਰ ਇੱਕ ਜਿਹੜੀ ਪਾਰਟੀ ਨੂੰ ਲੱਗਿਆ ਕਿ ਡਾਕਟਰ ਬਲਬੀਰ ਜਿੱਤ ਸਕਦਾ, ਮੈਂ ਇਸ ਕਰਕੇ ਦਿਹਾਤੀ 'ਚ ਆਇਆ। ਇਹ ਤਾਂ ਸਮਾਂ ਦੱਸੂਗਾ ਬੇਦੀ ਸਾਹਿਬ ਕਿ ਪਹਿਲੀ ਗੱਲ ਤਾਂ ਜਿਹੜੀ ਗੱਲ ਕਰਦੇ ਨੇ ਕਿ ਸਰਵੇ ਹੋਇਆ ਸੀ, ਮੈਂ ਤੁਹਾਨੂੰ ਦੁਬਾਰਾ ਅੱਜ ਕਹਿਣਾ 4 ਸਰਵੇ ਹੋਏ ਸੀਗੇ। ਡਾਕਟਰ ਜਿਹੜੇ ਬਲਬੀਰ ਨੇ ਉਹ ਹਲਕੇ ਵਿੱਚ 5 ਸਾਲ ਤਾਂ ਬੜੇ ਹੀ ਨਹੀਂ, ਉਹਨਾਂ ਦਾ ਸਰਵੇ ਵਿੱਚ ਤਾਂ ਨਾਮ ਹੀ ਨਹੀਂ ਸੀਗਾ। ਦੂਜੀ ਰਹੀ ਗੱਲ, ਉਹ ਕਹਿੰਦੇ ਕਿ ਮੈਂ ਜਿੱਤ ਕਿ ਲੋਕ ਹੁਣ ਮੈਨੂੰ ਚਾਹੁੰਦੇ ਸੀਗੇ, ਉਹ ਸਮਾਂ ਦੱਸ ਦੂਗਾ। 20 ਤਰੀਕ ਬੜਾ ਦੂਰ ਨਹੀਂ ਹੈ, ਤੇ ਉਦੋਂ ਇਹਨਾਂ ਨੂੰ ਪਤਾ ਲੱਗ ਜੂਗਾ ਲੋਕ ਕਿਹਨੂੰ ਚਾਹੁੰਦੇ ਨੇ। ਇਹ ਸਨ ਜਸਦੀਪ ਸਿੰਘ ਨਿੱਕੂ, ਜਿਨ੍ਹਾਂ ਨੇ ਕਿਹਾ ਕਿ ਲੋਕ ਕੀ ਚਾਹੁੰਦੇ ਨੇ ਇਹ ਸਮਾਂ ਦੱਸੂਗਾ, 20 ਤਰੀਕ ਬਹੁਤੀ ਦੂਰ ਨਹੀਂ ਹੈ, ਇਸ ਕਰਕੇ ਲੋਕ ਹੀ ਦੱਸ ਦੇਣਗੇ ਕਿ ਲੋਕ ਕਿਸ ਨੂੰ ਚਾਹੁੰਦੇ ਆ। ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਦੋਸ਼ ਮੇਰੇ ਵੱਲੋਂ ਲਾਏ ਜਾ ਰਹੇ ਆ ਉਹ ਕੇਵਲ ਮੇਰੇ ਵੱਲੋਂ ਨਹੀਂ ਹੈ, ਜੱਜ ਵੱਲੋਂ ਹੈ, ਕਾਨੂੰਨੀ ਕਾਰਵਾਈ ਹੈ, ਜੋ ਵੀ ਹੋਇਆ ਕਾਨੂੰਨੀ ਪ੍ਰਕਿਰਿਆ ਤਹਿਤ ਹੋਇਆ। ਤੇ ਰਹੀ ਗੱਲ ਸਰਵੇ ਦੀ, ਤੇ ਸਰਵੇ ਦੇ ਵਿੱਚ ਮੈਂ ਟੌਪ ਤੇ ਰਿਹਾ, ਇਸ ਕਰਕੇ
ਮੈਨੂੰ ਪਾਰਟੀ ਵੱਲੋਂ ਸਰਵੇ ਦੇ ਵਿੱਚ ਇਸ ਤਰ੍ਹਾਂ ਦੀ ਆਫਰ ਸੀ ਕਿ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਾਂਗਾ, ਪਰੰਤੂ ਮੇਰੇ ਨਾਲ ਧੋਖਾ ਹੋਇਆ ਤੇ ਡਾਕਟਰ ਬਲਬੀਰ ਨੂੰ ਇਸ ਵਾਰ ਲੋਕ ਦੱਸ ਦੇਣਗੇ ਕਿ ਦਿਹਾਤੀ ਜਾ ਕੇ ਉਹਨਾਂ ਦੀ ਕਿਹੜੀ ਕਾਰਗੁਜ਼ਾਰੀ ਆ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮੌਸਾ ਟੀਵੀ, ਪਟਿਆਲਾ।